खबर भगवंत मान दी है जो कि साडे पंजाब के मुख मंत्री ने जिन्हां ने किसानों नूं लैके एक वड्डा ऐलान किया। टोल सभा दे बारे की कहना? भगवंत सिंह मान दे नाल मीटिंग हुई सी। उस मीटिंग दे विच भावें मंगां तां होर बहुत सारियां सन, पर एक मंग ये भी सी कि सरकार पिछली सरकार है जिहड़ी वो जिन्ने किसान शहीद होए ने दिल्ली किसान मोर्चे दे विच उन्हां नूं बनदा सहायता देवे ते एक एक परिवारक मैंबर नूं सरकारी नौकरी दित्ती जाए। ये गिनती 799 बनती है, एक घट 790। ਉਹਦੇ ਵਿੱਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੇਲੇ ਗੱਲ ਹੋ ਗਈ ਸੀ ਕਿ ਠੀਕ ਆ ਅਸੀਂ ਤੁਹਾਨੂੰ ਸਹਾਇਤਾ ਦੇਵਾਂਗੇ। ਫਿਰ ਚਰਨਜੀਤ ਚੰਨੀ ਨਾਲ ਵੀ ਇਹ ਗੱਲ ਨਿਬੜ ਗਈ ਸੀ, 2-3 ਮੀਟਿੰਗਾਂ ਚੰਨੀ ਸਾਹਿਬ ਨਾਲ ਹੋਈਆਂ। ਜਦੋਂ ਹੁਣ ਭਗਵੰਤ ਸਿੰਘ ਮਾਨ ਨਾਲ ਹੋਈ ਤਾਂ ਉਹਨਾਂ ਦੇ ਵਿੱਚੋਂ ਇਹ ਪ੍ਰਮੁੱਖ ਮੰਗਾਂ ਸਨ। ਉਹਨਾਂ ਨੇ ਫਿਰ ਐਲਾਨ ਕੀਤਾ ਭੰਗੂ ਸਾਹਿਬ ਜੀ ਕਿ 5-5 ਲੱਖ ਰੁਪਏ ਦੇ ਹਿਸਾਬ ਨਾਲ ਇਹ 39 ਕਰੋੜ ਤੇ 55 ਲੱਖ ਬਣਦਾ। ਇਸ ਨਾਲ ਇੱਕ ਗੱਲ ਕੀਤੀ ਜਾਵੇ ਭਗਵੰਤ ਮਾਨ ਦੀ ਤਾਂ ਉਹ ਦਿੱਲੀ ਵੱਲ ਨੂੰ ਜਿਹੜਾ ਉਹ ਰਵਾਨਾ ਹੋਏ ਨੇ ਆਯੋਗ ਜਿਹੜੀ ਨੀਤੀ ਦੀ ਮੀਟਿੰਗ ਨੂੰ ਲੈ ਕੇ। ਨੀਤੀ ਆਯੋਗ ਦੀ ਮੀਟਿੰਗ 3 ਸਾਲਾਂ ਬਾਅਦ ਹੋਣ ਲੱਗੀ ਹੈ। 2 ਸਾਲ ਇਹ ਇਸ ਕਰਕੇ ਬੰਦ ਰਹੀ ਕਿਉਂਕਿ ਇੱਥੇ ਕਰੋਨਾ ਦਾ ਪ੍ਰਕੋਪ ਵੱਧ ਗਿਆ ਸੀ। ਇਸ ਸਾਲ 2022 ਨੂੰ ਪੰਜਾਬ ਦੇ ਮੁੱਖ ਸਕੱਤਰ BK ਜੰਜੂਆ ਨੂੰ ਇੱਕ ਚਿੱਠੀ ਲਿਖੀ ਕਿ ਤੁਹਾਡੇ ਮੁੱਖ ਮੰਤਰੀ ਸਾਹਿਬ ਨੂੰ ਸੱਦਾ ਦਿਓ, ਜਾਣੂ ਕਰਾਓ ਕਿ ਜਿਹੜੀ 6 ਅਗਸਤ ਨੂੰ ਨੀਤੀ ਆਯੋਗ ਦੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਮੀਟਿੰਗ ਨਵੀਂ ਦਿੱਲੀ ਵਿਖੇ ਹੋ ਰਹੀ ਹੈ, ਉਹਦੇ ਵਿੱਚ ਇਹ ਸ਼ਮੂਲੀਅਤ ਕਰਨ। ਦਿੱਲੀ ਜਿਹੜੀ ਇਹ ਅੱਜ ਦੀ ਮੀਟਿੰਗ ਹੈ ਬਹੁਤ ਜ਼ਿਆਦਾ ਮਹੱਤਵਪੂਰਨ ਇਸ ਕਰਕੇ ਰੱਖਦੀ ਹੈ ਕਿ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਹੈ। ਇਹ ਜਦੋਂ ਸਰਕਾਰ ਨਰਿੰਦਰ ਮੋਦੀ ਸਾਹਿਬ ਦੀ ਆਈ, ਇਹਨਾਂ ਨੇ ਪਲਾਨਿੰਗ ਬੋਰਡ ਦਾ ਨਾਂ ਬਦਲ ਕੇ ਇਹ ਨੀਤੀ ਆਯੋਗ ਰੱਖਤਾ। ਜੇਕਰ ਗੱਲ ਕੀਤੀ ਜਾਵੇ ਕਾਮਨਵੈਲਥ ਖੇਡਾਂ ਦੇ ਜਿਹੜੇ ਖਿਡਾਰੀ ਸੀਗੇ ਉਹ ਭਾਰਤ ਦਾ ਨਾਮ ਰੋਸ਼ਨ ਕਰਕੇ ਹੁਣ ਵੇਟ ਲਿਫਟਿੰਗ ਦੀ ਜਿਹੜੀ ਟੀਮ ਆ ਉਹ ਅੰਮ੍ਰਿਤਸਰ ਪੁੱਜੀ ਹੈ। ਭਾਰਤ ਨੂੰ ਕੁਸ਼ਤੀ ਦੇ ਮੁਕਾਬਲਿਆਂ ਦੇ ਵਿੱਚ 3 ਸੋਨ ਤਗਮੇ ਮਿਲੇ ਨੇ ਜੀ। ਇਹਨਾਂ ਦੀ ਜਿਹੜੀ ਲੜਕੀਆਂ ਦੀ ਟੀਮ ਸੀ ਹਾਕੀ ਦੀ, ਉਹ ਅੱਜ ਹਾਰ ਗਈ ਆਸਟ੍ਰੇਲੀਆ ਦੇ ਹੱਥੋਂ ਸੈਮੀਫਾਈਨਲ 'ਚ ਜੀ। ਤੇ ਹੁਣ ਤੀਜੇ ਵਾਸਤੇ ਲੜਾਈ ਲੜੀ ਜਾਊਗੀ। ਜਿਹੜੇ ਭਾਰਤੋਲਕਾ ਸਮੇਤ ਕੁੱਲ 9 ਤਗਮੇ ਭਾਰਤ ਨੂੰ ਸੋਨੇ ਦੇ ਮਿਲੇ ਹੈ, 8 ਚਾਂਦੀ ਦੇ, 7 ਕਾਂਸੀ ਦੇ। ਅੱਜ ਤੋਂ ਪਹਿਲਾਂ ਭਾਰਤ ਦਾ ਨਾਂ ਹੇਠਲੇ ਪਾਸੇ ਸੀ। ਇਹਨਾਂ 7 ਮੁਲਕਾਂ ਦੇ ਵਿੱਚ ਅੱਜ ਭਾਰਤ ਦਾ ਨਾਂ 5ਵੇਂ ਥਾਂ ਤੇ ਚਲਿਆ ਗਿਆ। ਉਹ ਜਿਹੜਾ ਲੜਕਾ ਸਾਡਾ ਲੰਬੀ ਛਾਲ ਦੇ ਵਿੱਚ ਅੱਗੇ ਆਇਆ ਹੈਗਾ ਸਭ ਤੋਂ, ਉਹਦਾ ਤਾਂ ਨਾਂ ਹੀ ਨਹੀਂ ਸੀ। ਉਹਨੂੰ ਅਖੀਰ ਤੱਕ ਨਹੀਂ ਸੀ ਪਤਾ ਕਿ ਮੈਂ ਖੇਡਣਾ। ਪਹਿਲਾਂ ਉਹਨੂੰ ਸਪੇਅਰਾਂ ਦੇ ਵਿੱਚ ਪਾਇਆ, ਜਿਨ੍ਹਾਂ ਨੇ ਉਹ ਇਹਦੇ ਨਾਲ ਆ ਕੁਝ ਕੀਤਾ ਤੇ ਫਿਰ ਮੈਡਲ ਲਾਇਆ ਆ। ਜੋ ਸੋਨ ਤਗਮਾ ਜਿੱਤ ਸਕਦਾ ਸੀ ਤੇ ਜਿਹੜੇ ਕੇਂਦਰੀ ਮੰਤਰੀ ਖੇਡਾਂ ਦੇ ਨੇ ਅਨੁਰਾਗ ਠਾਕਰ ਸਾਹਿਬ, ਉਹ ਇਹਦੀ ਜਾਂਚ ਕਰਾਉਣ। ਭਾਈ ਭਤੀਜਾਵਾਦ ਭਾਰੂ ਹੋਇਆ ਵਾ। ਜਿਨ੍ਹਾਂ ਨੇ ਉਹ ਲੜਕੇ ਨੂੰ ਜਾਨ ਤੋਂ ਰੋਕਿਆ, ਅੜਿੱਕੇ ਪਾਏ, ਉਹਨਾਂ ਤੇ ਪੁਲਿਸ ਦਾ ਕੇਸ ਦਰਜ ਕਰਕੇ ਉਹਨਾਂ ਨੂੰ ਅੰਦਰ ਤੁੰਨੋ, ਤਾਂ ਕਿ ਅਗਲੀ ਵਾਰ ਕਿਸੇ ਖਿਡਾਰੀ ਦਾ ਹੱਕ ਮਾਰਨ ਵਾਸਤੇ ਇਹ ਕੜਮ ਚੌਧਰੀ ਫੇਰ ਨਾ ਪੈਦਾ ਹੋ ਜਾਣ। 15 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਇਆ ਜਾਂਦਾ, ਜਿਸ ਦੇ ਸੰਬੰਧੀ ਲਗਾਤਾਰ ਜਿਹੜੀ ਪੁਲਿਸ ਚੌਕਸ ਹੁੰਦੀ ਦਿਖਾਈ ਦੇ ਰਹੀ ਹੈ ਤੇ ਦਿੱਲੀ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ। ਸੁਰੱਖਿਆ ਦੇ ਪੱਖ ਤੋਂ ਕਿਸੇ ਕਿਸਮ ਦੀ ਕੁਤਾਹੀ ਨਾ ਹੋਵੇ, ਇਹਨਾਂ ਨੂੰ ਪੂਰਾ ਅਲਰਟ ਰੱਖਣਾ ਚਾਹੀਦਾ। ਜੇ ਇਹਨਾਂ ਨੂੰ ਅਜਿਹੇ ਮੌਕਿਆਂ ਦੇ ਉੱਤੇ ਅਲਰਟ ਨਾ ਕੀਤਾ ਜਾਵੇ ਤਾਂ ਜੰਗਾਲੀ ਜਾਣਗੇ ਇਹ ਸਾਰੇ। ਇਸ ਨਾਲ ਇੱਕ ਗੱਲ ਕੀਤੀ ਜਾਵੇ ਭਾਰਤੀ ਏਜੰਸੀ ਦਾ ਉਹਨਾਂ ਦੀ ਰਡਾਰ ਤੇ ਹੁਣ ਜਿਹੜਾ ਗੋਲਡੀ ਬਰਾੜ ਆ ਉਹ ਲਗਾਤਾਰ ਆਉਂਦਾ ਜਾ ਰਿਹਾ। ਕਿਹਾ ਜਾ ਰਿਹਾ ਕਿ ਜਲਦ ਉਸ ਦੀ ਜਿਹੜੀ ਆ ਉਹ ਵਿਦੇਸ਼ਾਂ ਦੇ ਵਿੱਚ ਜਿਹੜੀ ਗ੍ਰਿਫਤਾਰੀ ਹੋ ਸਕਦੀ। ਪਹਿਲੀ ਗੱਲ ਤਾਂ ਇਹਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਤਾਲਮੇਲ ਬਣਾਈ ਸੀ, ਉਹਦੇ ਜਦੋਂ ਦਿੱਲੀ ਤਾਂ ਬਾਹਰ ਰੱਖ ਲਿਆ। ਇਹਨਾਂ ਨੂੰ ਕੇਂਦਰ ਨਾਲ ਇਸ ਮਾਮਲੇ ਨੂੰ ਉਠਾਉਣਾ ਚਾਹੀਦਾ, ਫਿਰ ਇੰਟਰਪੋਲ ਜ਼ਰੀਏ ਉਹਨਾਂ ਨੂੰ ਲਿਆਂਦਾ ਜਾ ਸਕਦਾ ਗੋਲਡੀ ਬਰਾੜ ਨੂੰ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਓ ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੰਗੂ ਸਾਹਿਬ। ਜੇਕਰ ਗੱਲ ਕੀਤੀ ਜਾਵੇ ਇਸ ਪ੍ਰੋਗਰਾਮ ਦੀ, ਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਲੈਂਦੇ ਹਾਂ ਜਿਸ ਦੇ ਉੱਤੇ ਜਿਹੜੀ ਡਿਟੇਲ ਨਾਲ ਚਰਚਾ ਕਰਦੇ ਹਾਂ। ਖਬਰ ਭਗਵੰਤ ਮਾਨ ਦੀ ਹੈ ਜੋ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਕਿਸਾਨਾਂ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ। ਟੋਲ ਸਭਾ ਦੇ ਬਾਰੇ ਕੀ ਕਹਿਣਾ? 3 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਤੇ ਪੰਜਾਬ ਦੀਆਂ ਬਹੁਤ ਸਾਰੀਆਂ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਭਾਵੇਂ ਮੰਗਾਂ ਤਾਂ ਹੋਰ ਬਹੁਤ ਸਾਰੀਆਂ ਸਨ, ਪਰ ਇੱਕ ਮੰਗ ਇਹ ਵੀ ਸੀ ਕਿ ਸਰਕਾਰ, ਪਿਛਲੀ ਸਰਕਾਰ ਹੈ ਜਿਹੜੀ, ਉਹ ਜਿੰਨੇ ਕਿਸਾਨ ਸ਼ਹੀਦ ਹੋਏ ਨੇ ਦਿੱਲੀ ਕਿਸਾਨ ਮੋਰਚੇ ਦੇ ਵਿੱਚ, ਉਹਨਾਂ ਨੂੰ ਬਣਦਾ ਸਹਾਇਤਾ ਦੇਵੇ ਤੇ ਇੱਕ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਹ ਗਿਣਤੀ 799 ਬਣਦੀ ਆ, ਇੱਕ ਘੱਟ 790। ਉਹਦੇ ਵਿੱਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੇਲੇ ਗੱਲ ਹੋ ਗਈ ਸੀ ਕਿ ਠੀਕ ਆ ਅਸੀਂ ਤੁਹਾਨੂੰ ਸਹਾਇਤਾ ਦੇਵਾਂਗੇ। ਫਿਰ ਚਰਨਜੀਤ ਚੰਨੀ ਨਾਲ ਵੀ ਇਹ ਗੱਲ ਨਿਬੜ ਗਈ ਸੀ, 2-3 ਮੀਟਿੰਗਾਂ ਚੰਨੀ ਸਾਹਿਬ ਨਾਲ ਹੋਈਆਂ ਸੀ। ਪਰ ਕੁਝ ਨੌਕਰੀਆਂ ਦਿੱਤੀਆਂ ਵੀ ਗਈਆਂ ਸੀ ਜਿਹਦੇ ਬਾਰੇ ਕਿਸਾਨਾਂ ਨੇ ਵੀ ਕਿਹਾ ਸੀ ਕਿ ਦਰਜਾ 4 ਦੀਆਂ ਨੌਕਰੀਆਂ ਫੜਾਤੀਆਂ ਇਹਨਾਂ ਨੇ ਚੱਕ ਕੇ ਸਾਨੂੰ, ਉਹ ਵੀ ਡੀਸੀ ਰੇਟਾਂ ਤੇ। ਜਦੋਂ ਹੁਣ ਭਗਵੰਤ ਸਿੰਘ ਮਾਨ ਨਾਲ ਹੋਈ ਤਾਂ ਉਹਨਾਂ ਦੇ ਵਿੱਚੋਂ ਇਹ ਪ੍ਰਮੁੱਖ ਮੰਗਾਂ ਸਨ। ਉਹਨਾਂ ਨੇ ਫਿਰ ਐਲਾਨ ਕੀਤਾ ਭੰਗੂ ਸਾਹਿਬ ਜੀ ਕਿ 5-5 ਲੱਖ ਰੁਪਏ ਦੇ ਹਿਸਾਬ ਨਾਲ ਇਹ 39 ਕਰੋੜ ਤੇ 55 ਲੱਖ ਬਣਦਾ ਹੈ। ਇੱਕ ਸਰਕਾਰੀ ਬੁਲਾਰੇ ਦੇ ਮੁਤਾਬਕ ਪੰਜਾਬ ਦੀ ਸਰਕਾਰ ਨੇ ਇਹ 799 ਕਿਸਾਨਾਂ ਲਈ 39 ਕਰੋੜ 55 ਲੱਖ ਰੁਪਏ ਦੀ ਇਹ ਰਾਸ਼ੀ ਜਾਰੀ ਕਰ ਦਿੱਤੀ ਹੈ। ਜੇ ਆਪਾਂ ਇਹ ਮੰਨ ਲਈਏ ਕਿ ਸਰਕਾਰੀ ਨੌਕਰੀ ਤੇ 5-5 ਲੱਖ ਰੁਪਈਆ ਉਹ ਪਰਿਵਾਰਾਂ ਨੂੰ ਜਿਨ੍ਹਾਂ ਦੇ ਕਿਸਾਨ ਸ਼ਹੀਦ ਹੋਏ ਨੇ, ਤਾਂ 50% ਮੰਗ ਤਾਂ ਮੰਨੀ ਗਈ ਨਾ, 50 ਤੋਂ ਵੱਧ ਹੀ ਹੋ ਗਈ। ਕੁਛ ਨੂੰ ਨੌਕਰੀ ਵੀ ਦਿੱਤੀ ਹੈ ਇਹਨਾਂ ਪਿਛਲੀ ਸਰਕਾਰ ਨੇ ਜੀ। ਉਹਦੇ ਚੋਂ 799 ਪਰਿਵਾਰਾਂ ਨੂੰ 5-5 ਲੱਖ ਰੁਪਈਆ ਉਹਨਾਂ ਦੇ ਖਾਤਿਆਂ 'ਚ ਪਾ ਦਿੱਤਾ ਜਾਵੇਗਾ। ਸਰਕਾਰੀ ਬੁਲਾਰੇ ਨੇ ਇਹਦੀ ਪੁਸ਼ਟੀ ਕੀਤੀ ਹੈ ਕਿ ਸਰਕਾਰ ਵੱਲੋਂ ਇਹ ਪੈਸੇ ਜਾਰੀ ਕਰ ਦਿੱਤੇ ਗਏ ਨੇ। ਜੀ, ਇਸ ਨਾਲ ਜੇਕਰ ਗੱਲ ਕੀਤੀ ਜਾਵੇ ਭਗਵੰਤ ਮਾਨ ਦੀ, ਤਾਂ ਉਹ ਦਿੱਲੀ ਵੱਲ ਨੂੰ ਜਿਹੜਾ ਉਹ ਰਵਾਨਾ ਹੋਏ ਨੇ ਆਯੋਗ ਜਿਹੜੀ ਨੀਤੀ ਦੀ ਮੀਟਿੰਗ ਨੂੰ ਲੈ ਕੇ। ਜੀ, ਨੀਤੀ ਆਯੋਗ ਦੀ ਮੀਟਿੰਗ 3 ਸਾਲਾਂ ਬਾਅਦ ਹੋਣ ਲੱਗੀ ਹੈ। 2 ਸਾਲ ਇਹ ਇਸ ਕਰਕੇ ਬੰਦ ਰਹੀ ਕਿਉਂਕਿ ਇੱਥੇ ਕਰੋਨਾ ਦਾ ਪ੍ਰਕੋਪ ਵੱਧ ਗਿਆ ਸੀ। ਹੁਣ ਭੰਗੂ ਸਾਹਿਬ ਇਸ ਕਰਕੇ ਮਹੱਤਵਪੂਰਨ ਬਣ ਗਈ ਹੈ ਕਿ ਜਿਹੜੇ ਸਾਡੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ, ਉਹਨਾਂ ਦੀ ਕੁੰਭ ਕਰਨੀ ਨੀਂਦ ਹੀ ਨਹੀਂ ਖੁੱਲੀ, ਉਹ ਤਾਂ ਗਏ ਹੀ ਨਹੀਂ ਇਹਦੇ 'ਚ, ਉਹਨਾਂ ਨੇ ਇਹਦੀ ਅਹਿਮੀਅਤ ਹੀ ਨਹੀਂ ਰੱਖੀ। ਜੀ, ਨੀਤੀ ਆਯੋਗ ਦੇ ਸਲਾਹਕਾਰ ਨੇ ਕੁੰਦਨ ਕੁਮਾਰ ਨੇ 25 ਜੁਲਾਈ ਇਸ ਸਾਲ 2022 ਨੂੰ ਪੰਜਾਬ ਦੇ ਮੁੱਖ ਸਕੱਤਰ ਬੀਕੇ ਜੰਜੂਆ ਨੂੰ ਇੱਕ ਚਿੱਠੀ ਲਿਖੀ ਕਿ ਤੁਹਾਡੇ ਮੁੱਖ ਮੰਤਰੀ ਸਾਹਿਬ ਨੂੰ ਸੱਦਾ ਦਿਓ, ਜਾਣੂ ਕਰਾਓ ਕਿ ਜਿਹੜੀ 6 ਅਗਸਤ ਨੂੰ ਨੀਤੀ ਆਯੋਗ ਦੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਮੀਟਿੰਗ ਨਵੀਂ ਦਿੱਲੀ ਵਿਖੇ ਹੋ ਰਹੀ ਹੈ, ਉਹਦੇ ਵਿੱਚ ਇਹ ਸ਼ਮੂਲੀਅਤ ਕਰਨ। ਹਾਲਾਂਕਿ ਮਾਨ ਸਾਹਿਬ ਦੀ ਇੱਕ ਚੰਡੀਗੜ੍ਹ ਦੇ ਵਿੱਚ ਪੇਸ਼ੀ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਵਧੇ ਹੋਏ ਬਿਜਲੀ ਦਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਇੱਕ ਪ੍ਰਦਰਸ਼ਨ ਕੀਤਾ ਜਿਹਦੇ ਵਿੱਚ ਇਹਨਾਂ ਦੇ ਇਹ ਮਾਨ ਸਾਹਿਬ ਖੁਦ ਸੀ, ਚੀਮਾ ਸਾਹਿਬ ਸੀ, ਹੋਰ MLA ਤੇ ਵਰਕਰ ਸੀ। ਇਹਨਾਂ ਤੇ ਇੱਕ ਪਰਚਾ ਦਰਜ ਹੋ ਗਿਆ ਸੀ ਚੰਡੀਗੜ੍ਹ ਦੇ ਵਿੱਚ, ਤੇ ਉਹਨਾਂ ਦੀ ਜਿਹੜੀ ਸੈਕਟਰ 43 ਦੀ ਅਦਾਲਤ ਆ ਉਹਦੇ ਵਿੱਚ ਅੱਜ ਪੇਸ਼ੀ ਸੀ। ਪਤਾ ਲੱਗਾ ਕਿ ਸਵੇਰੇ ਮਾਨ ਸਾਹਿਬ ਉੱਥੇ ਭੁਗਤ ਗਏ ਨੇ ਪੇਸ਼ੀ। ਉਦੋਂ ਬਾਅਦ ਉਹ ਦਿੱਲੀ ਨੂੰ ਚਲੇ ਗਏ। ਦਿੱਲੀ ਜਿਹੜੀ ਇਹ ਅੱਜ ਦੀ ਮੀਟਿੰਗ ਹੈ ਬਹੁਤ ਜ਼ਿਆਦਾ ਮਹੱਤਵਪੂਰਨ ਇਸ ਕਰਕੇ ਰੱਖਦੀ ਹੈ ਕਿ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਹੈ। ਇਹ ਜਦੋਂ ਸਰਕਾਰ ਨਰਿੰਦਰ ਮੋਦੀ ਸਾਹਿਬ ਦੀ ਆਈ, ਇਹਨਾਂ ਨੇ ਪਲਾਨਿੰਗ ਬੋਰਡ ਦਾ ਨਾਂ ਬਦਲ ਕੇ ਇਹ ਨੀਤੀ ਆਯੋਗ ਰੱਖਤਾ। ਹੁਣੇ ਤਾਂ ਅਮਲਾ ਦੇ ਨਿਬੇੜੇ ਆ, ਨਾਂ ਬਦਲਣ ਦੇ ਨਾਲ ਕੁਝ ਨਹੀਂ ਹੁੰਦਾ। ਇਹਨਾਂ ਨੇ ਉਹ ਨਾਂ ਰੱਖਤਾ ਭੰਗੂ ਸਾਹਿਬ ਜੀ। ਉਹਦੇ 'ਚ ਅੱਜ ਮੀਟਿੰਗ ਹੈ। ਇਹਦੇ 'ਤੇ 2 ਮੁੱਦਿਆਂ ਦੇ ਉੱਤੇ ਵਿਚਾਰ ਬਹੁਤ ਹੋਣੀ ਹੈ। ਇੱਕ ਤਾਂ ਇਹ ਹੋਣੀ ਹੈ ਕਿ ਮੋਦੀ ਸਾਹਿਬ ਵੀ ਚਾਹੁੰਦੇ ਨੇ ਕਿ ਦੇਸ਼ ਵਿੱਚ ਫਸਲੀ ਵਿਭਿੰਨਤਾ ਕੀਤੀ ਜਾਵੇ, ਫਸਲੀ ਫੇਰ ਬਦਲ ਕੀਤਾ ਜਾਵੇ ਜੀ। ਰਵਾਇਤੀ ਕਣਕ ਝੋਨੇ ਦਾ ਖਹਿੜਾ ਛੱਡਿਆ ਜਾਵੇ ਕਿਉਂਕਿ ਇਹਨੇ ਵਾਤਾਵਰਨ ਵੀ ਖਰਾਬ ਕਰਤਾ ਤੇ ਇਹਦੇ ਨਾਲ ਪਾਣੀ ਵੀ ਬਹੁਤ ਧਰਤੀ ਤੋਂ ਬਾਹਰਲਾ ਵੀ ਹੇਠਲਾ ਵੀ ਗੰਦਾ ਹੋ ਚੁੱਕਿਆ, ਦੂਸ਼ਿਤ ਹੋ ਚੁੱਕਿਆ ਹੈਗਾ। ਅਦਰਵਾਈਜ਼ ਵੀ ਕਿਹਾ ਜਾਂਦਾ ਕਿ 1 ਕਿਲੋ ਚੌਲ ਉਗਾਉਣ ਵਾਸਤੇ 5000 ਲੀਟਰ ਪਾਣੀ ਲੱਗਦਾ ਹੈ।
ਤੇ 5000 ਲੀਟਰ ਕੋਈ ਥੋੜੀ ਚੀਜ਼ ਨਹੀਂ, ਬਹੁਤ ਵੱਡੀ ਚੀਜ਼ ਹੈ ਜੀ। ਇਹ ਦੋ ਚੀਜ਼ਾਂ ਤੇ ਸਮੀਖਿਆ ਹੋਣੀ ਹੈ। ਇੱਕ ਕਹਿੰਦੇ ਵੀ MSP ਤੇ ਬਾਸਮਤੀ ਤੇ ਮੱਕੀ ਦੀ ਜਿਹੜੀ MSP ਹੈ ਇਹ ਵਿਚਾਰਿਆ ਜਾਣਾ 2 ਸਾਲਾਂ ਤੋਂ। ਤੇ ਦੂਜਾ ਜਿਹੜਾ ਹੈਗਾ ਇਹਦੇ 'ਚ ਹੋਰ ਫਸਲਾਂ ਨੂੰ ਕਿਵੇਂ MSP ਦੇ ਘੇਰੇ 'ਚ ਲਿਆਂਦਾ ਜਾਵੇ, ਇਸ ਕਰਕੇ ਜਿਹੜੀ ਨੀਤੀ ਆਯੋਗ ਦੀ ਇਹ ਮੀਟਿੰਗ ਹੈ ਇੱਕ ਤਾਂ ਉਹ ਮਹੱਤਵਪੂਰਨ ਹੋ ਗਈ। ਇਹਦੇ ਨਾਲ ਜਿਹੜੀ ਕੱਲ੍ਹ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੇ ਇਸੇ ਸੰਦਰਭ ਦੇ ਵਿੱਚ ਇੱਕ ਮੀਟਿੰਗ ਲਈ ਸੀ ਬਾਗਬਾਨੀ ਤੇ ਖੇਤੀ ਅਫਸਰਾਂ ਦੀ, ਉਹਦੇ ਵਿੱਚ ਉਹਨਾਂ ਨੇ ਖੇਤੀ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਖੇਤੀ ਮਾਹਰਾਂ ਨੂੰ ਸੱਦੋ, ਉਹਨਾਂ ਦੀ ਰਾਏ ਲਓ, ਉਹਨਾਂ ਦੀ ਰਾਏ ਲੈ ਕੇ ਫਿਰ ਆਪਾਂ ਬਾਗਬਾਨੀ ਤੇ ਹੋਰ ਖੇਤਰਾਂ ਵਿੱਚ ਕਿਵੇਂ ਪ੍ਰਫੁੱਲਤ ਕਰ ਸਕਦੇ ਹਾਂ, ਸਬਜ਼ੀਆਂ ਫਲ ਇਹਨਾਂ ਦੀ ਕਾਸ਼ਤ ਕਿਵੇਂ ਵਧਾ ਸਕਦੇ ਹਾਂ। ਉਹਦੇ ਵਿੱਚ ਉਹਨਾਂ ਨੇ ਆਪ ਹੀ ਕਿਹਾ ਕਿ ਕਿਸਾਨ ਵਿਦੇਸ਼ਾਂ ਵਿੱਚ ਆਪਣੀਆਂ ਉਪਜਾਂ ਲਿਜਾਉਣ 'ਚ ਅਸਮਰਥ ਹੈ, ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਸੀਂ ਜਿਹੜਾ ਹੈਗਾ ਜ਼ਿਲ੍ਹਾ ਪੱਧਰ ਦੇ ਉੱਤੇ ਜਾਂ ਸਬ ਡਿਵੀਜ਼ਨ ਪੱਧਰ ਦੇ ਉੱਤੇ ਛੋਟੇ ਕੋਲਡ ਸਟੋਰ ਬਣਾਵਾਂਗੇ ਤਾਂ ਕਿ ਕਿਸਾਨ ਥੋੜ੍ਹੇ ਬਹੁਤੇ ਪੈਸੇ ਲਾ ਕੇ ਉੱਥੇ ਕਿਰਾਏ ਦੇ ਆਧਾਰਿਤ ਆਪਣੀਆਂ ਉਪਜਾਂ ਰੱਖ ਸਕਣ, ਜਦੋਂ ਮਾਰਕੀਟ ਦੇ ਵਿੱਚ ਭਾਅ ਵੱਧ ਜਾਵੇ ਤੇ ਉੱਥੋਂ ਕੱਢ ਕੇ ਉਹ ਵੇਚ ਸਕਣ। ਇਸ ਕਰਕੇ ਨੀਤੀ ਆਯੋਗ ਦੀ ਜਿਹੜੀ ਇਹ ਮੀਟਿੰਗ ਹੈ ਉਹਨਾਂ ਦੀ ਗਵਰਨਿੰਗ ਕੌਂਸਲ ਦੀ, ਇਸ ਦੇ ਵਿੱਚ ਇਹ ਬਹੁਤ ਮਹੱਤਵਪੂਰਨ ਸਮਝੀ ਜਾ ਰਹੀ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਕਾਮਨਵੈਲਥ ਖੇਡਾਂ ਦੇ ਜਿਹੜੇ ਖਿਡਾਰੀ ਸੀਗੇ ਉਹ ਭਾਰਤ ਦਾ ਨਾਮ ਰੋਸ਼ਨ ਕਰਕੇ ਹੁਣ ਵੇਟ ਲਿਫਟਿੰਗ ਦੀ ਜਿਹੜੀ ਟੀਮ ਆ ਉਹ ਅੰਮ੍ਰਿਤਸਰ ਪੁੱਜੀ ਹੈ। ਬਹੁਤ ਸਾਰੇ ਐਡਾ ਵੱਡਾ ਭਾਰਤ ਦਾ ਮੁਲਕ ਹੈ, ਜਿਹੜਾ ਟੀਮ ਸਿਸਟਮ ਹੈ ਉਹਦੇ ਵਿੱਚ ਜ਼ਮੀਨੀ ਪੱਧਰ ਤੇ ਹੀ ਬਹੁਤ ਚੋਰ ਮੋਰਗਾਂ ਨੇ, ਬਹੁਤ ਉਹਦੇ 'ਚ ਊਨਤਾਈਆਂ ਨੇ। ਆਪਾਂ ਉਸ ਗੱਲ ਤੇ ਮਗਰੋਂ ਜਾਂਦੇ ਹਾਂ ਜੀ। ਪਹਿਲਾਂ ਸਾਡੇ ਜਿਹੜੇ ਭਾਰ ਤੋਲਕ ਨੇ ਤੇ ਜਿਹੜੇ ਕੁਸ਼ਤੀ ਲੜਨ ਵਾਲੇ ਪਹਿਲਵਾਨ ਨੇ ਉਹਨਾਂ ਨੇ ਦੇਸ਼ ਦਾ ਨਾਂ ਬਹੁਤ ਉੱਚਾ ਕੀਤਾ ਹੈ। ਇਸ 140 ਕਰੋੜ ਮੁਲਕ ਦੇ ਉੱਤੇ ਸਿਰਫ ਇਹ ਲੋਕ ਜਿਹੜੇ ਵਿਅਕਤੀਗਤ ਤੌਰ ਤੇ ਆਪਣੇ ਕੋਚਾਂ ਰਾਹੀਂ ਆਪਣੀ ਜੋਰ ਅਜਮਾਈ ਰਾਹੀਂ ਲੜੇ ਨੇ, ਉਹਨਾਂ ਨੇ ਭਾਰਤ ਨੂੰ ਕੁਸ਼ਤੀ ਦੇ ਮੁਕਾਬਲਿਆਂ ਦੇ ਵਿੱਚ 3 ਸੋਨ ਤਗਮੇ ਮਿਲੇ ਨੇ ਜੀ। ਇਹਨਾਂ ਦੀ ਜਿਹੜੀ ਲੜਕੀਆਂ ਦੀ ਟੀਮ ਸੀ ਹਾਕੀ ਦੀ, ਉਹ ਅੱਜ ਹਾਰ ਗਈ ਆਸਟ੍ਰੇਲੀਆ ਦੇ ਹੱਥੋਂ ਸੈਮੀਫਾਈਨਲ 'ਚ ਜੀ। ਤੇ ਹੁਣ ਤੀਜੇ ਵਾਸਤੇ ਲੜਾਈ ਲੜੀ ਜਾਊਗੀ ਜੀ। ਜਿਹੜੇ ਭਾਰਤੋਲਕਾਂ ਸਮੇਤ ਕੁੱਲ 9 ਤਗਮੇ ਭਾਰਤ ਨੂੰ ਸੋਨੇ ਦੇ ਮਿਲੇ ਹੈ, 8 ਚਾਂਦੀ ਦੇ, 7 ਕਾਂਸੀ ਦੇ। ਅੱਜ ਤੋਂ ਪਹਿਲਾਂ ਭਾਰਤ ਦਾ ਨਾਂ ਹੇਠਲੇ ਪਾਸੇ ਸੀ। ਇਹਨਾਂ 7 ਮੁਲਕਾਂ ਦੇ ਵਿੱਚ ਅੱਜ ਭਾਰਤ ਦਾ ਨਾਂ 5ਵੇਂ ਥਾਂ ਤੇ ਚਲਿਆ ਗਿਆ ਜੀ। ਤੇ ਸਾਰਿਆਂ ਨੇ ਵਧਾਈ ਦਿੱਤੀ ਹੈ। ਇਹ ਉਹ ਲੋਕ ਨੇ ਜਿਹੜੇ ਆਪਣੇ ਜ਼ੋਰ ਜਮਾਈ ਸਿਰ ਤੇ, ਜਿਨ੍ਹਾਂ ਨੂੰ ਡੱਕਾ ਕਿਸੇ ਸਰਕਾਰੀ ਤੰਤਰ ਦੇ ਵਿੱਚੋਂ ਕੁਝ ਨਹੀਂ ਮਿਲਿਆ, ਇਹ ਬੱਚੇ ਉਹ ਨੇ। ਤੇ ਅੱਜ ਇਹ ਜਦੋਂ ਵਾਪਸ ਆਏ ਨੇ, ਇਹ ਗੁਰੂ ਰਾਮਦਾਸ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਉਤਰੇ ਤਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਸਾਹਿਬ, ਜਗਸੀਰ ਸਿੰਘ ਤਹਿਸੀਲਦਾਰ ਤੇ ਸਿਮਰਨ ਸਿੰਘ ਖੇਡ ਅਧਿਕਾਰੀ ਸਰਕਾਰੀ ਤੌਰ ਤੇ ਇਹ ਉਹਨਾਂ ਨੂੰ ਮਿਲਣ ਵਾਸਤੇ, ਉਹਨਾਂ ਨੂੰ ਰਿਸੀਵ ਕਰਨ ਵਾਸਤੇ, ਸਵਾਗਤ ਕਰਨ ਵਾਸਤੇ ਗਏ ਤੇ ਇਹਨਾਂ ਨੂੰ ਪੂਰੇ ਮਾਣ-ਤਾਣ ਨਾਲ ਇਹਨਾਂ ਦੇ ਗਲਾਂ 'ਚ ਹਾਰ ਪਾ ਕੇ ਇਹਨਾਂ ਦਾ ਇੱਥੇ ਪੂਰਾ ਵੈਲਕਮ, ਜੀ ਆਇਆਂ ਨੂੰ ਆਖਿਆ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈਗੀ। ਸੋ ਮੈਂ ਬੇਨਤੀ ਕਰਾਂ ਕਿ ਜੇ ਇਹਨਾਂ ਦੀ ਪਛਾਣ ਕੀਤੀ ਜਾਵੇ, ਜਿਵੇਂ ਪ੍ਰਗਟ ਸਿੰਘ ਹੋਰੀ ਕਹਿੰਦੇ ਨੇ ਕਿ ਨਰਸਰੀਆਂ ਬਣਾਓ ਹੇਠਲੇ ਪੱਧਰ ਤੇ, ਉਹ ਨਰਸਰੀਆਂ ਦੇ ਵਿੱਚੋਂ ਜਿਹੜੇ ਬੱਚੇ ਪੈਦਾ ਹੋਣ ਉਹਨਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਤੇ ਉਹ ਫਿਰ ਜਦੋਂ ਉੱਪਰਲੇ ਪੱਧਰ ਤੇ ਜਾਣਗੇ ਅਸੀਂ ਸਮਝ ਸਕਦੇ ਹਾਂ ਕਿ ਫਿਰ ਉਹ ਬਹੁਤ ਵੱਡਾ ਮੁਕਾਮ ਤੇ ਜਾ ਸਕਦੇ ਆ। ਸੋ ਇਹਨਾਂ ਦਾ ਸਵਾਗਤ ਬਹੁਤ ਜ਼ਰੂਰੀ ਹੈ। ਤੇ ਜਿਹੜੀਆਂ ਇਹਨਾਂ ਖੇਡ ਫੈਡਰੇਸ਼ਨਾਂ ਦੇ ਵਿੱਚ ਭਾਈ ਭਤੀਜਾਵਾਦ ਤੇ ਸਰਮਾਏਦਾਰੀ ਭਾਰੂ ਹੈ, ਉਹਦੀ ਥਾਂ ਤੇ ਜੇ ਭਾਰਤ ਨੇ ਇਹਨਾਂ ਦੇ ਵਿੱਚ ਤਗਮੇ ਪ੍ਰਾਪਤ ਕਰਨੇ, ਇੱਕ ਤਾਂ ਨਰਸਰੀਆਂ ਬਣਾਓ, ਇੱਕ ਉਹਨਾਂ ਨੂੰ ਬਣਦੀਆਂ ਸਹੂਲਤਾਂ ਬਣਾਓ। ਇਹਨਾਂ ਦੇ ਜਿਨ੍ਹਾਂ ਨੇ ਆ ਤਗਮੇ ਲੈ ਕੇ ਆਏ ਨੇ, ਕੋਈ ਇੱਕ ਬੰਦਾ ਦੱਸ ਦੇ ਕਿ ਫਲਾਣੇ ਖਿਡਾਰੀ ਨੂੰ ਉਸ ਤੇ ਜਾਣ ਤੋਂ ਪਹਿਲਾਂ ਸਰਕਾਰੀ ਤੌਰ ਤੇ ਆਹ ਮਦਦ ਕੀਤੀ ਗਈ ਸੀ। ਸੋ ਇਹਨਾਂ ਨੂੰ ਤੇ ਕੋਲ ਤਾਂ ਵਿਚਾਰਿਆਂ ਵਾਸਤੇ ਜਾਣ ਦੇ ਸਾਧਨ ਵੀ ਨਹੀਂ ਸੀ। ਉਹ ਜਿਹੜਾ ਲੜਕਾ ਸਾਡਾ ਲੰਬੀ ਛਾਲ ਦੇ ਵਿੱਚ ਅੱਗੇ ਆਇਆ ਹੈਗਾ ਸਭ ਤੋਂ, ਉਹਦਾ ਤਾਂ ਨਾਂ ਹੀ ਨਹੀਂ ਸੀ।
ਉਹਨੂੰ ਅਖੀਰ ਤੱਕ ਨਹੀਂ ਸੀ ਪਤਾ ਕਿ ਮੈਂ ਖੇਡਣਾ ਹੈ। ਪਹਿਲਾਂ ਉਹਨੂੰ ਸਪੇਅਰਾਂ ਦੇ ਵਿੱਚ ਪਾਇਆ, ਜਿਨ੍ਹਾਂ ਨੇ ਉਹ ਇਹਦੇ ਨਾਲ ਆ ਕੁਛ ਕੀਤਾ ਤੇ ਉਹ ਫਿਰ ਮੈਡਲ ਲਾਇਆ ਆ। ਜੇ ਕਿਤੇ ਉਸ ਦੀ ਪੂਰੀ ਪਰਫਾਰਮੈਂਸ ਨਾਲ ਲਿਜਾਇਆ ਜਾਂਦਾ, ਉਹ ਸੋਨ ਤਗਮਾ ਜਿੱਤ ਸਕਦਾ ਸੀ। ਤੇ ਜਿਹੜੇ ਕੇਂਦਰੀ ਮੰਤਰੀ ਖੇਡਾਂ ਦੇ ਨੇ ਅਨੁਰਾਗ ਠਾਕਰ ਸਾਹਿਬ, ਉਹ ਇਹਦੀ ਜਾਂਚ ਕਰਾਉਣ। ਇਹ ਕਿਹੜੀਆਂ ਫੈਡਰੇਸ਼ਨਾਂ ਨੇ ਇਹ ਸਭ ਭਾਈ ਭਤੀਜਾਵਾਦ ਭਾਰੂ ਹੋਇਆ ਵਾ। ਜਿਨ੍ਹਾਂ ਨੇ ਉਹ ਲੜਕੇ ਨੂੰ ਜਾਣ ਤੋਂ ਰੋਕਿਆ, ਅੜਿੱਕੇ ਪਾਏ, ਉਹਨਾਂ ਤੇ ਪੁਲਿਸ ਦਾ ਕੇਸ ਦਰਜ ਕਰਕੇ ਉਹਨਾਂ ਨੂੰ ਅੰਦਰ ਤੁੰਨੋ, ਤਾਂ ਕਿ ਅਗਲੀ ਵਾਰ ਕਿਸੇ ਖਿਡਾਰੀ ਦਾ ਹੱਕ ਮਾਰਨ ਵਾਸਤੇ ਇਹ ਕੜਮ ਚੌਧਰੀ ਫੇਰ ਨਾ ਪੈਦਾ ਹੋ ਜਾਣ। ਸੋ ਅਸੀਂ ਇਹ ਸਮਝਦੇ ਹਾਂ ਕਿ ਜੇ ਅਸੀਂ ਹੋਰ ਨਾਮ ਨਾ ਖੱਟਣਾ ਹੈ ਤਾਂ ਸਾਨੂੰ ਹੇਠਲੇ ਪੱਧਰ ਤੇ ਪਨੀਰੀਆਂ ਤਿਆਰ ਕਰਨ ਵਾਸਤੇ ਨਰਸਰੀਆਂ ਬਣਾਉਣੀਆਂ ਪੈਣਗੀਆਂ। ਉਹ ਸਰਕਾਰੀ ਸਰਪ੍ਰਸਤੀ ਹੋਵੇ, ਉਹਨਾਂ ਦੀ ਜਾਂਚ ਹੋਵੇ ਸਮੇਂ-ਸਮੇਂ ਸਿਰ। ਤੇ ਸਾਡੇ ਖੇਡ ਮੰਤਰੀ ਸਾਹਿਬ ਵੀ ਅੱਜ ਇੱਥੇ ਨਹੀਂ ਸੀ, ਤਾਂ ਹੀ ਡੀਸੀ ਸਾਹਿਬ ਗਏ। ਖੇਡ ਮੰਤਰੀ ਸਾਹਿਬ ਦਾ ਰੁਝੇਵਾਂ ਇਹ ਸੀ ਕਿ ਉਹ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕਰ ਨਾਲ ਇੱਕ ਮੀਟਿੰਗ ਦੇ ਵਿੱਚ ਦਿੱਲੀ ਮੁੱਖ ਮੰਤਰੀ ਸਾਹਿਬ ਦੇ ਨਾਲ ਹੀ ਗਏ ਹੋਏ ਨੇ। ਜੀ ਇਸ ਦੇ ਨਾਲ ਇੱਕ ਗੱਲ ਕੀਤੀ ਆ 15 ਅਗਸਤ ਦੀ, ਤਾਂ 15 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਇਆ ਜਾਂਦਾ, ਜਿਸ ਦੇ ਸੰਬੰਧੀ ਲਗਾਤਾਰ ਜਿਹੜੀ ਪੁਲਿਸ ਚੌਕਸ ਹੁੰਦੀ ਦਿਖਾਈ ਦੇ ਰਹੀ ਹੈ ਤੇ ਦਿੱਲੀ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ। ਭੰਗੂ ਸਾਹਿਬ, ਇਹ ਹਰ ਸਾਲ ਦਾ ਸਟੀਰੀਓਟਾਈਪ ਸਿਸਟਮ ਹੈ ਜੀ। ਜਦੋਂ 15 ਅਗਸਤ ਆਉਂਦਾ, 26 ਜਨਵਰੀ ਆਉਂਦੀ ਆ, ਉਦੋਂ ਪਹਿਲਾਂ ਇਹ ਹਫ਼ਤਾ ਕੁ ਪਹਿਲਾਂ ਜੀ ਇਸ ਤਰ੍ਹਾਂ ਦਾ ਧਮੱਚੜ ਪੈਣਾ ਸ਼ੁਰੂ ਹੋ ਜਾਂਦਾ। ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਚੌਕਸ ਨਹੀਂ ਰਹਿਣਾ ਚਾਹੀਦਾ, ਬਿਲਕੁਲ ਚੌਕਸ ਰਹਿਣਾ ਚਾਹੀਦਾ। ਸੁਰੱਖਿਆ ਦੇ ਪੱਖ ਤੋਂ ਕਿਸੇ ਕਿਸਮ ਦੀ ਕੁਤਾਹੀ ਨਾ ਹੋਵੇ, ਇਹਨਾਂ ਨੂੰ ਪੂਰਾ ਅਲਰਟ ਰੱਖਣਾ ਚਾਹੀਦਾ। ਜੇ ਇਹਨਾਂ ਨੂੰ ਅਜਿਹੇ ਮੌਕਿਆਂ ਦੇ ਉੱਤੇ ਅਲਰਟ ਨਾ ਕੀਤਾ ਜਾਵੇ ਤਾਂ ਜੰਗਾਲੀ ਜਾਣਗੇ ਇਹ ਸਾਰੇ, ਤੇ ਬਹੁਤ ਵੱਡੀ ਪੱਧਰ ਦੇ ਉੱਤੇ ਪਿੱਛੇ ਹੋ ਕੇ ਬਹਿ ਜਾਣਗੇ। ਸੋ ਇਹ ਜਿਹੜਾ 15 ਅਗਸਤ ਜਾਂ 26 ਜਨਵਰੀ ਦੇ ਮੌਕੇ ਦੇ ਉੱਤੇ ਇਸ ਤਰ੍ਹਾਂ ਦੇ ਅਲਰਟ ਜਾਰੀ ਹੁੰਦੇ ਨੇ। ਸਾਡੀ ਕੇਂਦਰ ਸਰਕਾਰ ਨੂੰ, ਸੁਰੱਖਿਆ ਬਲਾਂ ਨੂੰ ਤੇ ਦੂਜਿਆਂ ਨੂੰ ਬੇਨਤੀ ਹੈ ਕਿ ਮਹੀਨੇ ਕੁ ਬਾਅਦ ਇਹ ਐਕਸਰਸਾਈਜ਼ ਕਰ ਹੀ ਲਿਆ ਕਰੋ, ਤਾਂ ਕਿ ਇਹ ਸੁਰੱਖਿਆ ਬਲਾਂ ਦੀਆਂ ਟੀਮਾਂ ਨੂੰ ਕਿਸੇ ਕਿਸਮ ਦੀ ਕੋਈ ਜੰਗਾਲਤਾ ਨਾ ਲੱਗੇ, ਇਹ ਵਰਕਿੰਗ ਆਰਡਰ ਦੇ ਵਿੱਚ ਰਹਿਣ। ਸੋ ਹੁਣ ਵੀ ਜਿਹੜਾ ਇਹ ਜਾਰੀ ਕੀਤਾ ਗਿਆ, ਕਹਿੰਦੇ ਆ ਕਿ ਉਸੇ ਦਾ ਸਿੱਟਾ ਜਿਹੜਾ ਤੁਹਾਡਾ ਸ਼ਾਹਬਾਦ ਮਾਰਕੰਡੇ ਦੇ ਕੋਲ ਇੱਕ ਸ਼ਮਸ਼ੇਰ ਸਿੰਘ ਨਾਂ ਦਾ ਜਿਹੜਾ ਵਿਅਕਤੀ ਤਰਨਤਾਰਨ ਦਾ ਫੜਿਆ ਗਿਆ, ਕਹਿੰਦੇ ਆ ਕਿ RDX ਉਹਦੇ ਕੋਲੋਂ ਮਿਲੀ ਆ ਤੇ ਦੂਜੇ ਪਾਸਿਓਂ ਆਈ ਸੀ, ਉਹਨੇ ਉੱਥੇ ਪਹੁੰਚਾਈ ਹੈ। ਤੇ ਉਹਦੀ ਮਾਤਾ ਦਾ ਵੀ ਅੱਜ ਬਿਆਨ ਆ ਗਿਆ ਕਿ ਇਹ ਤਾਂ ਇਨਵਰਟਰ ਦੀ ਦੁਕਾਨ ਕਰਦਾ ਸੀ ਨਾਲ ਹੀ ਕਿਤੇ ਚੋਲਾ ਸਾਹਿਬ ਦੇ ਵਿਖੇ ਜੀ। ਤੇ ਸ਼ੱਕ ਵੀ ਪੈਦਾ ਕਰਦਾ ਕਿ ਜਿਹੜਾ ਬੰਦਾ ਇਲੈਕਟ੍ਰੋਨਿਕ ਦਾ ਕੰਮ ਕਰਦਾ ਉਹਨੂੰ ਇਹੋ ਜਿਹਾ ਘਰ ਧੰਦਾ ਕਰਨਾ ਆਉਂਦਾ ਵੀ ਹੋ ਸਕਦਾ ਹੈ। ਸੋ ਹਰਿਆਣਾ ਪੁਲਿਸ ਨੂੰ 10 ਦਿਨ ਦਾ ਰਿਮਾਂਡ ਮਿਲ ਗਿਆ ਹੈ ਜੀ। 10 ਦਿਨਾਂ ਦੇ ਵਿੱਚ ਹੁਣ ਹਰਿਆਣਾ ਪੁਲਿਸ ਤੋਂ ਕੀ ਪੁੱਛਗਿੱਛ ਕਰਦੀ ਹੈ, ਕੀ ਸਾਰਾ ਕੁਝ ਜਟਾਉਂਦੀ ਹੈ ਜਾਂ ਅਦਾਲਤ ਦੇ ਵਿੱਚ ਜਾ ਕੇ ਇਹ ਕੇਸ ਸਾਬਤ ਹੁੰਦਾ ਹੈ ਜਾਂ ਫੇਲ ਹੁੰਦਾ ਹੈ, ਇਹ ਤਾਂ ਸਮਾਂ ਦੱਸੇਗਾ ਜੀ। ਇਸ ਨਾਲ ਇੱਕ ਗੱਲ ਕੀਤੀ ਜਾਵੇ, ਅਸ਼ਮਨੀ ਸ਼ਰਮਾ ਦਾ ਬਿਆਨ ਆਇਆ ਕਿ ਚੰਡੀਗੜ੍ਹ ਪੰਜਾਬ ਦਾ ਸੀ ਤੇ ਪੰਜਾਬ ਨੂੰ ਮਿਲਣਾ ਚਾਹੀਦਾ ਜੀ। ਅਸ਼ਮਨੀ ਸ਼ਰਮਾ ਜੀ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਜੀ। ਜੇ ਉਹ ਇਹ ਮਹਿਸੂਸ ਕਰਦੇ ਨੇ ਕਿ ਚੰਡੀਗੜ੍ਹ ਪੰਜਾਬ ਦਾ ਸੀ, ਪੰਜਾਬ ਨੂੰ ਮਿਲਣਾ ਚਾਹੀਦਾ ਹੈ, ਤੇ ਫਿਰ ਪ੍ਰਧਾਨ ਮੰਤਰੀ ਸਾਹਿਬ ਕੋਲੇ ਜਾਣ, ਗ੍ਰਹਿ ਮੰਤਰੀ ਸਾਹਿਬ ਕੋਲੇ ਜਾਣ, ਆਪਣੇ ਕੌਮੀ ਪ੍ਰਧਾਨ JP ਨੱਡਾ ਸਾਹਿਬ ਕੋਲੇ ਜਾਣ, ਉੱਥੇ ਜਾ ਕੇ ਗੱਲਬਾਤ ਕਰਨ ਕਿ ਇਹ ਪੰਜਾਬ ਦਾ ਤੇ ਪੰਜਾਬ ਨੂੰ ਦਿੱਤਾ ਜਾਵੇ। ਉਹਨਾਂ ਦੇ ਬਿਆਨ ਤੋਂ ਮੈਨੂੰ ਇਹ ਝਲਕ ਪੈਂਦੀ ਹੈ ਕਿ ਜਿਹੜੀਆਂ 2024 ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ, ਉਸ ਤੋਂ ਪਹਿਲਾਂ ਜਿਵੇਂ ਇਹਨਾਂ ਨੇ ਆਪਦੀ ਪੈਰ ਧਰਾਵਾ ਸੰਗਰੂਰ ਦੀ ਉਪ ਚੋਣ ਲੋਕ ਸਭਾ ਦੀ ਵਿੱਚ ਕਰ ਲਿਆ, ਤੇ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਇਹਨਾਂ ਨੇ ਘੱਟੋ ਘੱਟ ਸੰਗਰੂਰ ਦੇ ਵਿੱਚ ਅਕਾਲੀ ਦਲ ਜਿਹੜੀ ਰਵਾਇਤੀ ਪਾਰਟੀ ਸੀ ਉਹਦੇ ਨਾਲ ਤਾਂ ਪਰਫਾਰਮੈਂਸ ਚੰਗੀ ਦਿਖਾਈ ਹੈ ਨਾ ਜੀ। ਉਹਨਾਂ ਨੂੰ ਤਾਂ ਵੋਟ ਹੀ 44,425 ਪਈ ਹੈ, ਤੇ ਇਹਨਾਂ ਦੇ ਜਿਹੜੇ ਕੇਬਲ ਢਿੱਲੋਂ ਸੀ ਉਹ 66,000 ਵੋਟ ਲਏ ਗਏ ਸੀ, ਇਹਨਾਂ ਨਾਲ ਤਾਂ ਵੱਧ ਲਏ ਗਏ ਜੀ। ਸੋ ਇਸ ਕਰਕੇ ਜੇ ਉਹ ਸੱਚਮੁੱਚ ਚਾਹੁੰਦੇ ਨੇ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਤੇ ਫਿਰ ਦਵਾਇਆ ਹੋਣ। ਫਿਰ ਗ੍ਰਹਿ ਮੰਤਰੀ ਸਾਹਿਬ ਨੂੰ ਕਹੋ ਕਿ ਉਹਨਾਂ ਨੇ ਇਹ ਬਿਆਨ ਕਾਹਤੋਂ ਦਿੱਤਾ ਕਿ ਚੰਡੀਗੜ੍ਹ ਦੇ ਵਿਧਾਨ ਸਭਾ ਲਈ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਜਗ੍ਹਾ ਦਿੱਤੀ ਜਾਵੇਗੀ। ਹਰਿਆਣੇ ਨੂੰ ਕਹੋ ਕਿ ਉਹ ਪੰਚਕੂਲੇ ਦੇ ਵਿੱਚ ਆਪਣੀ ਰਾਜਧਾਨੀ ਬਣਾ ਲੈਣ। ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਗਿਆ ਸੀ। ਅੱਜ ਤੱਕ ਜਿਹੜੇ ਜੇ ਸ਼ਿਮਲਾ ਸਾਡੇ ਵਿੱਚੋਂ ਬਾਹਰ ਨਿਕਲਿਆ ਤਾਂ ਉਹਨਾਂ ਨੇ ਆਪਦੀ ਰਾਜਧਾਨੀ ਸ਼ਿਮਲਾ ਬਣਾ ਲਈ ਜੀ। ਜੇ ਹਿਮਾਚਲ ਬਾਹਰ ਨਿਕਲਿਆ ਤੇ ਜੇ ਹਰਿਆਣਾ ਵੀ ਬਾਹਰ ਨਿਕਲਿਆ, ਉਸੇ ਤਰਜ਼ ਤੇ ਉਹ ਆਪਣੀ ਭਾਵੇਂ ਕੁਰੂਕਸ਼ੇਤਰ ਬਣਾਉਣ, ਕਿਤੇ ਹੋਰ ਬਣਾਉਣ, ਤੇ ਜੇ ਉਹਨਾਂ ਨੇ ਬਣਾਉਣਾ ਹੀ ਇੱਧਰ ਚੰਡੀਗੜ੍ਹ ਦੇ ਨੇੜੇ ਰੱਖਣੀਆਂ, ਫਿਰ ਪੰਚਕੂਲੇ ਤੋਂ ਵਧੀਆ ਕੋਈ ਥਾਂ ਨਹੀਂ ਹੈਗੀ, ਉੱਥੇ ਉਹ ਆਪਣੀ ਜਗ੍ਹਾ ਇਹ ਰਾਜਧਾਨੀ ਬਣਾ ਸਕਦੇ ਹੈ।
ਅਸ਼ਵਨੀ ਸ਼ਰਮਾ ਸਾਹਿਬ ਇੱਥੇ ਗੱਲਾਂ ਬਾਤਾਂ ਨਾ ਕਰਨ, ਇਹਦੇ ਤੇ ਅਮਲੀ ਜਾਮਾ ਪਹਿਨਾ ਕੇ ਲੈ ਕੇ ਆਉਣ। ਜੀ, ਇਸ ਨਾਲ ਇੱਕ ਗੱਲ ਕੀਤੀ ਜਾਵੇ, ਭਾਰਤੀ ਏਜੰਸੀ ਤਾਂ ਉਹਨਾਂ ਦੀ ਰਡਾਰ ਤੇ ਹੁਣ ਜਿਹੜਾ ਗੋਲਡੀ ਬਰਾੜ ਆ ਉਹ ਲਗਾਤਾਰ ਆਉਂਦਾ ਜਾ ਰਿਹਾ। ਕਿਹਾ ਜਾ ਰਿਹਾ ਕਿ ਜਲਦ ਉਸ ਦੀ ਜਿਹੜੀ ਆ ਉਹ ਵਿਦੇਸ਼ਾਂ ਦੇ ਵਿੱਚ ਜਿਹੜੀ ਗ੍ਰਿਫਤਾਰੀ ਹੋ ਸਕਦੀ ਹੈ। ਇਹ ਗੱਲ ਕੀਤੀ ਹੈ ਜੀ ਸਾਡੇ ਕਾਰਜਕਾਰੀ ਡੀਜੀਪੀ ਜਿਹੜੇ ਗੌਰਵ ਯਾਦਵ ਸਾਹਿਬ ਨੇ ਜੀ। ਉਹ ਕਹਿੰਦੇ ਜਲਦ ਅਸੀਂ ਉਹਨੂੰ ਇੱਥੇ ਲੈ ਕੇ ਆਵਾਂਗੇ, ਲੈ ਆਓ। ਇਹ ਅੰਤਰਰਾਸ਼ਟਰੀ ਮਾਮਲਾ ਹੈ। ਪਹਿਲੀ ਗੱਲ ਤਾਂ ਇਹਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਤਾਲਮੇਲ ਬਣਾਈ ਸੀ ਉਹਦੇ 'ਚੋਂ ਦਿੱਲੀ ਤਾਂ ਬਾਹਰ ਰੱਖ ਲਿਆ। ਇਹਨਾਂ ਨੂੰ ਕੇਂਦਰ ਨਾਲ ਇਸ ਮਾਮਲੇ ਨੂੰ ਉਠਾਉਣਾ ਚਾਹੀਦਾ, ਫਿਰ ਇੰਟਰਪੋਲ ਜ਼ਰੀਏ ਉਹਨਾਂ ਨੂੰ ਲਿਆਂਦਾ ਜਾ ਸਕਦਾ। ਗੋਲਡੀ ਬਰਾੜ ਨੂੰ ਲੈ ਆਉਣ, ਇੱਥੇ ਲਿਆ ਕੇ ਕੇਸ ਚਲਾ ਲੈਣ ਤੇ ਆਵੇਗਾ ਇੰਟਰਪੋਲ ਦੇ ਜ਼ਰੀਏ। ਜੇ ਇਹਨਾਂ ਨੇ ਇੰਟਰਪੋਲ ਦੇ ਵਿੱਚ ਪੂਰਾ ਸਹੀ ਤਰੀਕੇ ਦੇ ਨਾਲ ਇਜਾਜ਼ਤ ਮਿਲ ਗਈ, ਲਿਆਂਦਾ ਵੀ ਜਾ ਸਕਦਾ। ਪਹਿਲਾਂ ਵੀ ਤਾਂ ਸਾਡਾ ਥਾਈਲੈਂਡ ਤੋਂ ਜਾਂ ਕਿਤੋਂ ਹੋਰ ਜਿਹੜੇ ਇੱਥੇ ਵਾਰਦਾਤਾਂ ਕਰਕੇ ਵਿਦੇਸ਼ਾਂ ਵਿੱਚ ਬੈਠ ਗਏ ਸੀ, ਉਹਨਾਂ ਨੂੰ ਲਿਆਂਦਾ ਗਿਆ ਸੀ ਤੇ ਇਹਨਾਂ ਨੂੰ ਵੀ ਲੈ ਆਉਣਗੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਜੀ, ਜੇਕਰ ਗੱਲ ਕੀਤੀ ਹੈ ਪਟਿਆਲਾ ਜੇਲ੍ਹ ਦੀ, ਤਾਂ ਪਟਿਆਲਾ ਜੇਲ੍ਹ ਦੇ ਵਿੱਚ ਹਵਾਲਾਤੀ ਜਿਹੜੇ ਆਪਸ ਦੇ ਵਿੱਚ ਭਿੜੇ ਨੇ, ਜਿਸ ਦੇ ਵਿੱਚ ਇੱਕ ਦੇ ਸਰ ਤੇ ਸੱਟਰ ਵੀ ਲੱਗੀ ਹੈ। ਜੀ, ਇਹ ਰੋਜ਼ ਦੀਆਂ ਘਟਨਾਵਾਂ ਨੇ। ਭੰਗੂ ਸਾਹਿਬ ਕਦੇ ਕਿਤੇ ਹੋ ਜਾਂਦਾ, ਪਹਿਲਾਂ ਬਠਿੰਡੇ 'ਚ ਹੋ ਕੇ ਹਟਿਆ ਤਾਂ 10 ਦਿਨ ਪਹਿਲਾਂ ਜੀ, ਤੇ ਹੁਣ ਪਟਿਆਲੇ ਦੇ ਵਿੱਚ ਵੀ ਹੋਇਆ। ਜਿਹੜੀ ਸਾਡਾ ਜੇਲ੍ਹ ਪ੍ਰਸ਼ਾਸਨ ਹੈ ਉਹਨੂੰ ਚੌਕਸੀ ਰੱਖਣੀ ਚਾਹੀਦੀ ਹੈ। ਜਿਨ੍ਹਾਂ ਦੀ ਆਪਣੀ ਖਹਿਬਾਜ਼ੀ ਹੈ ਉਹਨਾਂ ਦਾ ਜਿਹੜਾ ਗਰੁੱਪ ਹੈ ਉਹ ਇਕੱਠਾ ਨਹੀਂ ਰੱਖਣਾ ਚਾਹੀਦਾ, ਅੱਡੋ ਅੱਡ ਕਰ ਦੇਣਾ ਚਾਹੀਦਾ ਹੈ। ਜੇ ਇੱਥੇ ਭਿੜੇ ਨੇ ਔਰ ਜਿਨ੍ਹਾਂ ਨੇ ਹਮਲਾ ਕੀਤਾ ਉੱਥੇ ਪਰਚਾ ਵੀ ਦਰਜ ਹੋ ਗਿਆ ਹੋਵੇਗਾ, ਦੁਬਾਰਾ ਪੁਲਿਸ ਤ੍ਰਿਪੜੀ ਦੀ ਉਹਨੂੰ ਲੈ ਕੇ ਆਵੇਗੀ, ਜਾਂਚ ਪੜਤਾਲ ਕਰੇਗੀ। ਸੋ ਇਹ ਆਪਣੇ ਆਪ ਦੇ ਵਿੱਚ ਹੈ। ਦੂਜਾ ਆਪਾਂ ਇਹ ਗੱਲ ਕਹਿ ਦਈਏ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਉਹਨੂੰ ਚੌਕਸੀ ਰੱਖਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਅੱਜ ਫਰੀਦਕੋਟ ਦੀ ਖਬਰ ਅਸੀਂ ਸਵੇਰੇ ਡਿਸਕਸ ਕੀਤੀ ਸੀ ਕਿ ਡੋਪ ਟੈਸਟ ਹੋਇਆ 3333 ਬੰਦਿਆਂ ਦਾ, ਉਹਦੇ ਵਿੱਚੋਂ 1064 ਜਿਹੜੇ ਨੇ ਉਹ ਨਸ਼ਾ ਕਰਦੇ ਪੋਜ਼ਿਟਿਵ ਪਾਏ ਗਏ, 165 ਔਰਤਾਂ ਵੀ ਨੇ। ਜੀ, ਇਸ ਨਾਲ ਜੇਕਰ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਪੀਏ ਤੇ ਇਲਜ਼ਾਮ ਜੋ ਲੱਗੇ ਸਨ, ਉਸ ਨੂੰ ਲੈ ਕੇ ਜਿਹੜਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ, ਜਿਸ ਦੇ ਸੰਬੰਧੀ ਵਿਧਾਇਕ ਪ੍ਰਗਟ ਸਿੰਘ ਨੇ ਜਿਹੜਾ ਟਵੀਟ ਵੀ ਕੀਤਾ। ਜੀ, ਉਹ ਸਾਰਿਆਂ ਨੇ ਇਹੀ ਇਲਜ਼ਾਮ ਲਾਏ ਨੇ, ਪਰਸੋਂ ਤੋਂ ਲੱਗ ਰਹੇ ਨੇ ਇਲਜ਼ਾਮ। ਜੀ, ਇਹ ਕੁਲਜੀਤ ਰੰਧਾਵਾ ਡੇਰਾਬੱਸੀ ਦੇ ਵਿਧਾਇਕ ਨੇ, ਕਹਿੰਦੇ ਆ ਕਿ ਇੱਕ ਚੌਕੀ ਇੰਚਾਰਜ ਲਵਾਉਣ ਵਾਸਤੇ ਉਹਨਾਂ ਦੇ ਪੀਏ ਦੀ ਜਿਹੜੀ ਹੈ ਉਹ ਵੀਡੀਓ ਵਾਇਰਲ ਹੋਈ ਜਾਂਦੀ ਹੈ। ਜੀ, ਅੱਜ ਉਹਨਾਂ ਨੇ ਰੰਧਾਵਾ ਸਾਹਿਬ ਨੇ ਕਹਿਤਾ ਕਿ ਜਿਹੜੇ ਬੰਦੇ ਦੀ ਗੱਲ ਕਰਦੇ ਹੋ ਮੇਰਾ ਤਾਂ ਪੀਏ ਹੀ ਨਹੀਂ। ਜੀ, ਇਹ ਜਾਂਚ ਦਾ ਵਿਸ਼ਾ ਹੈ। ਇਹਦੇ ਵਿੱਚ ਹੁਣ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ, ਜ਼ਿਲ੍ਹਾ ਪੁਲਿਸ ਮੁਖੀ ਜਿਹੜੇ ਮੋਹਾਲੀ ਦੇ ਨੇ, ਉਹਨਾਂ ਨੂੰ ਇਹਦੀ ਪੜਤਾਲ ਕਰਨੀ ਚਾਹੀਦੀ ਹੈ, ਜਾਂ ਚੌਕਸੀ ਪੁਲਿਸ ਨੂੰ ਕਰ ਲੈਣੀ ਚਾਹੀਦੀ ਹੈ ਕਿ ਇਸ ਮਾਮਲੇ ਦੇ ਵਿੱਚ ਕਿੱਥੋਂ ਕੁ ਤੱਕ ਸੱਚਾਈ ਹੈ, ਕਿੱਥੋਂ ਤੱਕ ਨਹੀਂ। ਇਹਦੇ ਵਿੱਚ ਪੀਏ ਦੀ ਜਿਹੜੀ ਵਾਇਰਲ ਹੋਈ ਹੈ ਉਹਦਾ ਸੱਚਾਈ ਕੀ ਹੈ। ਚੌਂਕੀ ਇੰਚਾਰਜ ਝੂਠ ਬੋਲਦਾ, ਪੀਏ ਝੂਠ ਬੋਲਦਾ, ਜਾਂ ਐਮਐਲਏ ਸਾਹਿਬ। ਇਹ ਲੋਕਾਂ ਦੇ ਵਿੱਚ ਸਹੀ ਗੱਲ ਤਾਂ ਜਾਵੇ ਨਾ ਕਿ ਸਾਰਿਆਂ ਦੇ ਵਿੱਚੋਂ ਝੂਠ ਕੌਣ ਬੋਲ ਰਿਹਾ। ਜੀ, ਇਸ ਦੇ ਨਾਲ ਇੱਕ ਗੱਲ ਕੀਤੀ ਹੈ, ਪਸ਼ੂਆਂ ਦੀ ਬਿਮਾਰੀ ਤਾਂ ਪੰਜਾਬ ਦੇ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਹਾਈ ਅਲਰਟ ਵੀ ਜਾਰੀ ਕੀਤਾ ਗਿਆ। ਜੀ, ਇਹ ਜਿਹੜੀ ਲੰਪੀ ਸਕਿਨ ਬਿਮਾਰੀ ਹੈ, ਇਹਦੇ ਤਹਿਤ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਕਿ 12,000 ਤੋਂ ਵੱਧ ਜਿਹੜੇ ਪਸ਼ੂ ਆ ਉਹ ਪ੍ਰਭਾਵਿਤ ਨੇ। 300 ਤੋਂ ਵੱਧ ਦੀ ਮੌਤ ਹੋ ਚੁੱਕੀ ਹੈ। ਜੀ, ਜਿਹੜੇ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਨੇ ਉਹਨਾਂ ਦੇ ਵਿੱਚੋਂ ਫਾਜ਼ਿਲਕਾ, ਮੁਕਤਸਰ, ਬਠਿੰਡਾ, ਫਰੀਦਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਗਾ, ਗੁਰਦਾਸਪੁਰ, ਤਰਨਤਾਰਨ, ਮਾਨਸਾ ਤੇ ਬਰਨਾਲਾ ਆਪਣੇ ਵੀ ਆ ਗਈ ਹੈ। ਪਤਾ ਲੱਗਿਆ ਕਿ ਪਟਿਆਲੇ ਜ਼ਿਲ੍ਹੇ ਦਾ ਜਿਹੜਾ ਸਮਾਣਾ ਖੇਤਰ ਹੈ ਉੱਥੇ ਵੀ ਆਈ ਹੈ। ਮੇਰੇ ਧਿਆਨ ਦੇ ਵਿੱਚ ਅੱਜ ਆਇਆ ਕਿ ਇਹ ਜਿਹੜੇ ਡੰਗਰ ਮਰਦੇ ਨੇ ਉਹਨਾਂ ਨੂੰ ਹੱਡਾਂ ਰੋੜੀਆਂ ਤੇ ਸਿੱਟ ਕੇ ਤੁਰੇ ਆਉਂਦੇ ਨੇ, ਜੇ ਸੜਕ ਕਿਨਾਰੇ ਸਿੱਟ ਕੇ ਤੁਰੇ ਆਉਂਦੇ ਨੇ। ਡਿਪਟੀ ਕਮਿਸ਼ਨਰਾਂ ਨੂੰ, ਜ਼ਿਲ੍ਹਾ ਪੁਲਿਸ ਮੁਖੀਆਂ ਨੂੰ, ਥਾਣਿਆਂ ਨੂੰ ਇਹਦੇ 'ਚ ਕਹਿਣਾ ਚਾਹੀਦਾ ਸਖਤੀ ਨਾਲ ਕਿ ਜਿਹੜੇ ਡੰਗਰ ਇਸ ਬਿਮਾਰੀ ਤੋਂ ਪ੍ਰਭਾਵਿਤ ਨੇ ਉਹਨਾਂ ਨੂੰ ਟੋਆ ਪੱਟ ਕੇ ਦੱਬ ਦਿਓ। ਭਾਵੇਂ ਕਿਸੇ ਸਾਂਝੀ ਥਾਂ 'ਤੇ ਦੱਬ ਦਿਓ, ਥੋੜ੍ਹਾ ਡੂੰਘਾ ਦੱਬ ਦਿਓ, 5-7 ਫੁੱਟ ਡੂੰਘਾ ਦੱਬ ਦਿਓ ਤਾਂ ਕਿ ਇਹ ਬਿਮਾਰੀ ਅੱਗੇ ਨਾ ਫੈਲੇ। ਲਾਗ ਦੀ ਬਿਮਾਰੀ ਹੈ ਤੇ ਮੰਤਰੀ ਜੀ ਨੇ ਕਹਿਤਾ 76 ਲੱਖ ਰੁਪਇਆ ਅਸੀਂ ਜਾਰੀ ਕਰਤਾ ਸਾਰੇ ਪੰਜਾਬ ਵਾਸਤੇ। ਇਹਨਾਂ ਦੇ ਮੇਰਾ ਖਿਆਲ ਪਿੰਡਾਂ ਦੇ ਵਿੱਚ ਅਜੇ ਤੱਕ ਤਾਂ ਮੂੰਹ ਖੁਰ ਦੇ ਟੀਕੇ ਨਹੀਂ ਲੱਗੇ ਹੋਣੇ ਵੈਕਸੀਨ ਦੇ। ਗਲ ਘੋਟੂ ਤੇ ਮੂੰਹ ਖੁਰ ਦੇ ਟੀਕੇ ਹਰ ਸਾਲ ਲੱਗਦੇ ਸੀ, ਉਹ ਸ਼ਾਇਦ ਨਾ ਲੱਗੇ ਹੋਣ। ਇਸ ਕਰਕੇ
ਪਸ਼ੂ ਪਾਲਣ ਮੰਤਰੀ ਸਾਹਿਬ ਨੂੰ ਇਸ ਮਾਮਲੇ ਦੇ ਵਿੱਚ ਪੂਰੇ ਪੰਜਾਬ ਦੀ ਰਿਪੋਰਟ ਲੈਣੀ ਚਾਹੀਦੀ ਹੈ। ਜਿੱਥੇ ਜਿੱਥੇ ਇਹ ਵਾਪਰੀ ਹੈ, ਮੈਂ ਸਾਡੇ ਪੰਜਾਬ ਦੇ ਲੋਕਾਂ ਨੂੰ, ਕਿਸਾਨਾਂ ਨੂੰ, ਹੋਰਾਂ ਨੂੰ ਬੇਨਤੀ ਕਰਾਂ ਕਿ ਜਿਸ ਡੰਗਰ ਦੇ ਵਿੱਚ ਇਹ ਬਿਮਾਰੀ ਆ ਜਾਵੇ ਉਹਨੂੰ ਦੂਜਿਆਂ ਨਾਲੋਂ ਵੱਖ ਕਰ ਦੇਣਾ ਚਾਹੀਦਾ, ਤਾਂ ਕਿ ਇਹ ਲਾਗ ਦੀ ਬਿਮਾਰੀ ਆ ਦੂਜਿਆਂ ਵਿੱਚ ਨਾ ਫੈਲੇ। ਇਹ ਬਹੁਤ ਗੰਭੀਰਤਾ ਵਾਲਾ ਮਾਮਲਾ ਹੈ। ਜਿਵੇਂ ਸਾਡੇ ਮੌਂਕੀ ਪੌਕਸ ਦੀ ਬਿਮਾਰੀ ਆਈ ਹੈ, ਬੰਦਿਆਂ ਦੇ ਵਿੱਚ ਇਹ ਵੀ ਇੱਕ ਲਾਗ ਦੀ ਬਿਮਾਰੀ ਆਈ ਹੈ। ਤੁਰੰਤ ਪੰਜਾਬ ਸਰਕਾਰ ਨੂੰ ਚੌਕਸ ਹੋ ਕੇ ਇਹਦੀ ਰੋਕਥਾਮ ਲਈ, ਬਾਕੀ ਗੱਲਾਂ ਛੱਡੋ, ਪਹਿਲਾਂ ਇਹਨਾਂ ਮਾਮਲਿਆਂ ਦੀ ਰੋਕਥਾਮ ਲਈ ਵੱਡੀ ਪੱਧਰ ਦੇ ਉੱਤੇ ਜਿਹੜਾ ਹੈਗਾ ਇਹਨਾਂ ਨੂੰ ਰੋਕਥਾਮ ਦੇ ਉਪਰਾਲੇ ਤੇ ਯਤਨ ਕਰਨੇ ਚਾਹੀਦੇ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਦੀ, ਤਾਂ ਕੇਂਦਰ ਸਰਕਾਰ ਵੱਲੋਂ ਸਿਹਤ ਨੂੰ ਲੈ ਕੇ ਜਿਹੜੀ ਇੱਕ ਬੀਮਾ ਯੋਜਨਾ ਬਣਾਈ ਗਈ ਸੀ, ਜਿਸ ਸੰਬੰਧੀ ਜਿਹੜਾ ਮੋਗਾ ਦਾ ਇੱਕ ਨਿੱਜੀ ਹਸਪਤਾਲ ਆ ਉਸਨੇ ਮੁਫਤ ਜਿਹੜਾ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਜੀ। ਭੰਗੂ ਸਾਹਿਬ, ਪਹਿਲਾਂ ਇਹ ਮਾਮਲਾ ਆਇਆ ਸੀ PGI ਦੇ ਵਿੱਚੋਂ, ਜਿੱਥੇ 1200 ਮਰੀਜ਼ ਜਾਂਦਾ ਹੈ ਜੀ। ਉਹਨਾਂ ਦਾ 16 ਕਰੋੜ ਰੁਪਇਆ ਬਕਾਇਆ ਪਿਆ ਸੀ ਜੀ। ਕੁਛ ਤਾਂ ਇਹਨਾਂ ਦਾ ਹੋਵੇਗਾ, ਕੁਛ ਪਿਛਲੇ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਛੱਡ ਕੇ, ਜਿਹੜੇ ਕਹਿੰਦੇ ਸੀ ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ ਜੀ। ਤੇ ਇਹ ਅੱਧਾ ਮਰਿਆ ਸੱਪ ਤਾਂ ਉਹ ਗੱਲ ਪਾ ਗਏ ਇਹਨਾਂ ਦੇ। ਸੋ ਜਿਹੜਾ ਮੋਗੇ ਦਾ ਨਿੱਜੀ ਹਸਪਤਾਲ ਹੈ ਉਹਨਾਂ ਨੇ ਬੰਦ ਕਰਤਾ। ਕਾਰਨ ਕੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ 6 ਮਹੀਨਿਆਂ ਤੋਂ 5 ਤੋਂ 7 ਕਰੋੜ ਰੁਪਈਆ ਉਹਨਾਂ ਦਾ ਇਸ ਯੋਜਨਾ ਦਾ ਅਦਾਇਗੀ ਨਹੀਂ ਹੋਈ, ਬਕਾਇਆ ਪਿਆ ਹੈ। ਇਹ ਯੋਜਨਾਵਾਂ ਸ਼ੁਰੂ ਕਰਕੇ 15 ਅਗਸਤ 26 ਜਨਵਰੀ ਤੇ ਫਿਰ ਆਪਦੀ ਪਿੱਠ ਆਪ ਥਾਪੜਦੇ ਕਾਹਦੇ ਵਾਸਤੇ ਹੋ? ਜੇ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ। ਕੱਲ੍ਹ ਹੀ ਮਾਨ ਸਾਹਿਬ ਕਹੇ ਗਿਆ ਕਿ ਅਸੀਂ ਹੋਰ ਮੁਕਤ ਖੁਰਾਕ ਕਰ ਦਿਆਂਗੇ, ਫਲਾਨਾ ਕਰ ਦਿਆਂਗੇ, ਟਿਮਕਾ ਕਰ ਦਿਆਂਗੇ। ਅੱਜ ਇੱਕ ਅਖਬਾਰ, ਅਜੀਤ ਅਖਬਾਰ ਆ, ਉਹਦੀ ਬਹੁਤ ਪ੍ਰਮੁੱਖਤਾ ਨਾਲ ਖਬਰ ਛਪੀ ਹੈ ਪੰਜਾਬ ਦੀ ਆਰਥਿਕ ਸਥਿਤੀ ਦੇ ਉੱਤੇ, ਕਿ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਆਬਕਾਰੀ ਦਾ ਅਸੀਂ ਇੰਨਾ ਵਧਾ ਲਿਆ। ਉਹ ਕਹਿੰਦੇ ਜਿਹੜੀ ਜੂਨ ਦੀ ਰਿਪੋਰਟ ਆਈ ਹੈ ਉਹਦੇ ਵਿੱਚ 5% ਘਟਿਆ ਹੈ। ਜਿਹੜੀਆਂ ਗੱਲਾਂ ਇਹ ਕਰਦੇ ਆ ਉਸ ਤੋਂ ਉਲਟਾ ਇੱਕ ਪਾਸੇ ਕਹਿੰਦੇ ਅਸੀਂ ਸਰਮਾਇਆ ਹੀ ਬਹੁਤ ਇਕੱਠਾ ਕਰ ਲਿਆ। ਫਿਰ ਉਹ ਰਿਪੋਰਟ ਕਹਿੰਦੀ ਹੈ ਕਿ ਫਿਰ 10,000 ਕਰੋੜ ਦਾ ਤੁਸੀਂ ਕਰਜ਼ਾ ਕਾਹਦੇ ਵਾਸਤੇ ਲਿਆ? ਸੋ ਅਸਲੀਅਤ ਦੱਸਣੀ ਚਾਹੀਦੀ ਹੈ। ਅਮਲਾਂ ਦੇ ਨਾਲ ਨਿਬੇੜੇ ਹੁੰਦੇ ਨੇ, ਫੂਸੀ ਮੰਡੇ ਕਦੇ ਵੀ ਨਹੀਂ ਪੱਕਦੇ ਜੀ। ਜੇਕਰ ਗੱਲ ਕੀਤੀ ਹੈ ਵਿਜੀਲੈਂਸ ਦੀ, ਤਾਂ ਵਿਜੀਲੈਂਸ ਨੇ ਜੇਈ ਮਨਰੇਗਾ ਜਿਹੜਾ 25,000 ਰੁਪਇਆ ਰਿਸ਼ਵਤ ਲੈਂਦਾ ਹੋਇਆ ਕਾਬੂ ਕੀਤਾ। ਇਹ ਲੜਕੀ ਹੈ ਜੀ। ਇਹ ਜਲਾਲਾਬਾਦ ਦੀ ਹੈ। ਇਹਦਾ ਨਾਂ, ਮੇਰੇ ਖਿਆਲ ਨਾਲ ਇਹਦਾ ਸਵਰਸ਼ ਹੈ ਜੀ। ਇਹਨੇ 25,000 ਦੀ ਇਹ ਕਿਸ਼ਤ ਲਈ ਸੀ। 50,000 ਮੰਗਿਆ ਗਿਆ ਸੀ, 40,000 'ਚ ਸੌਦਾ ਹੋਇਆ ਸੀ ਤੇ ਇਹਨੂੰ ਪਰਸੋਂ ਫੜਿਆ ਪੁਲਿਸ ਨੇ ਜੀ। ਤੇ ਕੱਲ ਸਾਰੇ ਪਾਸੇ ਇਹਦੀ ਕਾਫੀ ਧੁੰਮ ਪਈ ਵੀ ਸੀਗੀ ਤੇ ਇਹਨੂੰ ਹੁਣ ਚੌਕਸੀ ਪੁਲਿਸ ਨੇ ਫੜ ਲਿਆ, ਪਰਚਾ ਦਰਜ ਹੋ ਗਿਆ। ਅੱਗੇ ਇਹਦੇ ਕੇਸ ਦੇ ਵਿੱਚ ਚੌਕਸੀ ਪੁਲਿਸ, ਜਿਹਨੂੰ ਆਪਾਂ ਵਿਜੀਲੈਂਸ ਪੁਲਿਸ ਕਹਿੰਦੇ ਆ, ਉਹ ਕਿੱਥੋਂ ਕੁ ਤੱਕ ਕੇਸ ਨੂੰ ਲੈ ਕੇ ਜਾਂਦੀ ਹੈ, ਸਮਾਂ ਦੱਸੇਗਾ। ਜੀ, ਧੰਨਵਾਦ ਜੀ। ਇਹ ਸਨ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕੀਤੀ ਹੈ। ਆਮ ਆਦਮੀ ਪਾਰਟੀ ਸਰਕਾਰ ਸਿਹਤ ਸਹੂਲਤਾਂ ਨੂੰ ਲੈ ਕੇ ਜਾਂ ਸਿੱਖਿਆ ਸਹੂਲਤਾਂ ਨੂੰ ਲੈ ਕੇ ਬਣੀ ਸੀਗੀ, ਪਰ ਲਗਾਤਾਰ ਸਰਕਾਰ ਬਣਨ ਤੋਂ ਬਾਅਦ ਇਸ ਦੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਲੋਕਾਂ ਦਾ ਜਿਹੜਾ ਸਰਕਾਰ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ, ਕਿਉਂਕਿ ਮੁਹੱਲਾ ਕਲੀਨਿਕ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜੋ ਇਲਾਜ ਹੋ ਰਿਹਾ ਸੀਗਾ, ਹੁਣ ਕੇਂਦਰ ਸਰਕਾਰ ਵੱਲੋਂ ਉਹ ਵੀ ਜਿਹੜੀ ਬੰਦ ਕਰਨ ਦੇ ਕਿਨਾਰ ਤੇ ਪਹੁੰਚਿਆ ਪਿਆ। ਤੇ ਜੇਕਰ ਗੱਲ ਕੀਤੀ ਹੋਵੇ ਸਰਕਾਰੀ ਹਸਪਤਾਲਾਂ ਦੀ, ਤਾਂ ਉਹਨਾਂ ਦਾ ਵੀ ਜਿਹੜਾ ਕਾਫੀ ਮਾੜਾ ਹਾਲ ਹੁੰਦਾ ਦਿਖਾਈ ਦੇ ਰਿਹਾ। ਤੇ ਐਤਵਾਰ ਨੂੰ ਸਾਡਾ ਇਸ ਸੰਬੰਧੀ ਸਪੈਸ਼ਲ ਪ੍ਰੋਗਰਾਮ ਵੀ ਚੱਲੇਗਾ, ਤੁਸੀਂ ਦੇਖਣਾ ਨਾ ਭੁੱਲਣਾ। ਦੇਖਦੇ ਰਹੋ D5 ਚੈਨਲ ਪੰਜਾਬੀ। ਧੰਨਵਾਦ।